ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸੂਹੀ ਬਾਣੀ ਸ਼ੇਖ ਫਰੀਦ ਜੀ ਕੀ। ਤਪ ਤਪ ਲੋਹੇ ਲੋਹੇ ਹਾਥ ਮਰੋਰੋਂ। ਬਾਵਲ ਹੋਈ ਸੋ ਸ਼ਾਹ ਲੋਰੋਂ। ਤਪ ਤਪ ਲੋਹੇ ਲੋਹੇ ਹਾਥ ਮਰੋਰੋਂ। ਬਾਵਲ ਹੋਈ ਸੋ ਸ਼ਾਹ ਲੋਰੋਂ। ਤੈਂ ਸ਼ਹ ਮਨ ਮਹਿ की आरोस। मुझे अवगन शह नाही दोष। तैं साहिब की मैं सार ना जानी। जो बन खोए पाछै पछुतानी रहा। काली कोयल तू कित गुण काली। अपने प्रीतम के हऊँ बिरहें जाली। बिरहें बिहून कतह सुख पाए। जा होए कृपाल तब प्रभु मिलाए। विधन होही मुंद अकेली। ना को साथी ना को बेली। कर कृपा प्रभ साध संग मेली। जा फिर देखा ता मेरा अल्लाह बेली। वाट हमारी खरी उडीणी। खन्यों तिखी बहुत पीणी। उसी ऊपर है मार्ग मेरा। शेख फरीदा पंथ संहार सवेरा। वाट हमारी खरी उडीणी। खन्यों तिखी बहुत पीणी। उसी ऊपर है मार्ग मेरा। शेख फरीदा पंथ संहार सवेरा। वाहिगुरु जी का खालसा वाहिगुरु जी की फतेह। जुगो जुगो अटल तन तन गुरु ग्रंथ साहिब जी गुरु पातशाह जी की अपार बख्शिश। शामां दे दीवान असी प्राप्त किए ने मान रहे हैं। वडभागता है लड़ीवार गुरबाणी व्याख्या अंदर भगत रचना चल रही है। भगत शेख फरीद जी उन्होंने द्वारा उचारण किया गया मुकामी संदेश जो अजे हुणे आप पाठ रूप में सरवण कर रहे सी। बीते कोई 2 रोज़ तो असीं इस पावन बचन नूं व्याख्यान के रूप दे विच समझ रहे हाँ। नो डाउट कि ये रचना 11वीं सदी चाहिए है। पर जो यदी सिग्निफिकेशन आ वो भावें 21वीं सदी है तो भावें आउंदे समय 31वीं सदी होए वो एज इट इज़ होएगी। रीज़न उहदा इहो ही है क्योंकि जिहड़ियां मनुख दियां जरूरतां ने मनुख दियां लोड़ां ने वो सिर्फ मटीरियलिस्टिक नहीं हैगियां। मनुख की सब तो वड्डी लोड़ इहदी सूहज नूं इहदे अमल नूं इहदी सोच नूं इहदे इमोशनस नूं इहदी अंतर दी दुनिया नूं तरतीब देण दी है। जे वो तरतीब ना आई बाहर जिन्नी मर्जी डिवेलपमेंट हो जाए जे ह्यूमन बीइंग दी इंटरनल डिवेलपमेंट ना हुई इंटरनल बैटरमेंट ना हुई बाहर सब अज की दुनिया जिन्ना कुछ अज है साढ़े कोल मैसर सरमाया पैसा दौलत रिसोर्सिस टैक्नोलॉजी की कुछ नहीं हैगा। पर जिहड़ा भावें ग्राफ ऑफ हैप्पीनैस है
ਭਾਵੇਂ ਗ੍ਰਾਫ ਆਫ ਵੈਲਬੀਇੰਗ ਆ, ਹੈਲਦੀ ਲਾਈਫ ਸਟਾਈਲ ਆ, ਸੈਟਿਸਫੈਕਸ਼ਨ ਆ, ਕੰਟੈਂਟਮੈਂਟ ਆ, ਐਨੀ ਯੂ ਨੇਮ ਇਟ, ਐਵਰੀਥਿੰਗ ਇਜ਼ ਗੋਇੰਗ ਟੂਵਰਡ ਦਾ ਡਾਊਨ ਸਾਈਡ। ਅਤੇ ਇਹਦੇ ਬਾਬਤ ਜਿਹੜੇ ਹਿਊਮਨ ਸਾਇੰਸਿਸ ਨੂੰ ਸਮਝਣ ਵਾਲੇ ਲੋਕ ਨੇ ਉਹ ਬੜੇ ਫਿਕਰਮੰਦ ਵੀ ਨੇ। ਅਤੇ ਜੇ ਡੀਪ ਲੈਵਲ 'ਤੇ ਦੇਖਿਆ ਜਾਏ ਤਾਂ ਬੰਦੇ ਨੂੰ ਜੇ ਉੱਪਰ ਉਠਾਉਣਾ ਹੈ ਤਾਂ ਸਪਿਰਿਟ ਤੋਂ ਹੀ ਉਠਾਓਗੇ ਤੁਸੀਂ। ਸਪਿਰਿਚੁਅਲਿਟੀ ਦੇ ਨਾਲ, ਅਧਿਆਤਮਕਤਾ ਦੇ ਨਾਲ, ਰੂਹਾਨੀ ਕਦਰਾਂ ਕੀਮਤਾਂ ਨਾਲ ਹੀ ਬੰਦੇ ਨੂੰ ਜੋੜੋਗੇ, ਕਿਉਂਕਿ ਬੰਦਾ ਉਹਦੇ ਨਾਲ ਹੀ ਉਹਦੀ ਫੁਲਫਿਲਮੈਂਟ ਹੁੰਦੀ ਹੈ। ਜਿਵੇਂ ਸਪੋਜ਼ ਕਰੋ ਤੁਸੀਂ ਨਾਮ ਕੋਈ ਵੀ ਲੈ ਲਓ, ਤੁਸੀਂ ਨਾਮ ਲੈ ਲਓ ਪੀਜ਼ਾ, ਪਾਸਤਾ, ਬ੍ਰੈਡ, ਨਾਨ, ਪਰ ਐਂਡ ਆਫ ਦਾ ਡੇ ਜਿਹੜੀ ਚੀਜ਼ ਬੇਸ ਵਿੱਚ ਆ ਉਹ ਤਾਂ ਫਲਾਵਰ ਆ, ਉਹ ਤਾਂ ਵੀਟ ਆ, ਉਹ ਤਾਂ ਗ੍ਰੇਨ ਆ, ਉਹ ਤਾਂ ਉਹ ਚੀਜ਼ ਹੈ ਜਿਹੜੀ ਤੁਹਾਨੂੰ ਸੈਟਿਸਫਾਈ ਕਰ ਸਕਦੀ ਹੈ, ਜਿਹੜੀ ਤੁਹਾਨੂੰ ਫੁਲਫਿਲਮੈਂਟ ਕਰ ਸਕਦੀ ਹੈ। ਸੋ ਉਸੇ ਰੂਪ ਦੇ ਵਿੱਚ ਆਪ ਉਸਨੂੰ ਐਥਿਕਸ ਕਹਿ ਲਓ, ਪ੍ਰਿੰਸੀਪਲ ਬੇਸਡ ਲਾਈਫ ਸਟਾਈਲ ਕਹਿ ਲਓ, ਮੈਡੀਟੇਸ਼ਨ ਕਹਿ ਲਓ, ਉਸ ਨੂੰ ਡਿਫਰੈਂਟ ਰਿਲੀਜੀਅਸ ਸਟਰਕਚਰਲ ਐਕਸਰਸਾਈਜ਼ ਕਹਿ ਲਓ, ਉਸ ਨੂੰ ਡਿਵਾਈਨ ਸਪਿਰਿਚੁਅਲ ਪ੍ਰੈਕਟਿਸ ਕਹਿ ਲਓ, ਵਟ ਐਵਰ ਯੂ ਕੈਨ ਨੇਮ ਇਟ, ਬਟ ਐਂਡ ਆਫ ਦਾ ਡੇ ਤੇ ਬੰਦੇ ਦੀ ਲੋੜ ਤਾਂ ਉੱਥੇ ਰਹੇਗੀ ਨਾ। ਖੈਰ, ਬਚਨ ਆਪ ਸੁਣ ਰਹੇ ਸੀ ਲਗਾਤਾਰ। ਬੀਤੇ 'ਚ ਅਸੀਂ ਵਿਚਾਰ ਰਹੇ ਸੀਗੇ ਕਿ ਤੈਂ ਸਾਹਿਬ ਕੀ ਮੈਂ ਸਾਰ ਨਾ ਜਾਣੀ, ਜੋਬਨ ਖੋਏ ਪਾਛੈ ਪਛਤਾਨੀ। ਰਹਾਓ, ਜਿਸ ਨੂੰ ਰੱਬ ਕਹਿੰਦੇ ਹਾਂ ਅਸੀਂ, ਭਗਤੀ 'ਚ ਅੱਲਾ ਕਹਿਣਗੇ ਅੱਗੇ ਜਾ ਕੇ, ਜਾਂ ਫਿਰ ਦੇਖਾਂ ਤਾਂ ਅੱਲਾਹ ਬੇਲੀ, ਜਾਂ ਮੌਲਾ, ਗੋਬਿੰਦ, ਬੀਠਲ, ਰਾਮ, ਐਨੀ ਸੋਰਟ ਆਫ ਨੇਮ। ਇੱਥੇ ਭਗਤ ਜੀ ਨੇ ਜੋ ਰਹਾਓ ਦਾ ਪਤਾ ਹੈ ਉਹਦੇ 'ਚ ਸਾਹਿਬ ਕਿਹਾ ਉਸਨੂੰ, ਹਾਈਲੀ ਰਿਸਪੈਕਟਡ ਜਾਂ ਹਾਈਲੀ ਜਿਹੜੀ ਜਿਹਦੇ ਵਾਸਤੇ ਰਿਸਪੈਕਟ ਯੂਜ਼ ਕੀਤੀ ਜਾਂਦਾ ਸਾਡੀ ਜ਼ਬਾਨ ਦੇ 'ਚੋਂ ਸਾਹਿਬ ਹੈ। ਸੋ ਇੱਥੇ ਬਚਨ ਆਇਆ ਕਿ ਤੁਝ ਸਾਹਿਬ ਦੀ, ਉਹ ਸਾਹਿਬ ਜੋ ਐਗਜ਼ਿਸਟ ਕਰਦਾ ਹੈ, ਜਿਹਦੀ ਐਗਜ਼ਿਸਟੈਂਸ ਹੈ, ਜਿਹਦੀ ਹੋਂਦ ਹੈ, ਜੋ ਸੱਤ ਹੈ, ਜੋ ਕਿਸੇ ਮੂਰਤੀ 'ਚ ਨਹੀਂ ਗਾ। ਜਿਹਨੂੰ ਭਗਤ ਕਬੀਰ ਜੀ ਨੇ ਕਿਹਾ ਸੀਗਾ ਕਿ ਜਿਵੇਂ ਜਿਵੇਂ ਮੈਂ ਇਸ ਚੀਜ਼ ਨੂੰ ਸਮਝਿਆ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਤੇਰੀਆਂ ਪਰੇਸ਼ਾਨੀਆਂ ਦਾ ਹੱਲ ਇੱਕੋ ਹੀ ਹੈ, ਆਪਣੇ ਆਪ ਨੂੰ ਖੋਜ, ਆਪਣੇ ਦਿਲ ਨੂੰ ਖੋਜ। ਉਹਦੇ 'ਚ ਅੱਗੇ ਜਾ ਕੇ ਬਿਆਨ ਕੀਤਾ, ਕਹਿਣ ਲੱਗੇ ਕਿ ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਾਮ ਮੂਰਤ ਨਾ ਹੈ। ਜਿਹੜੀਆਂ ਲੋਕਾਂ ਨੇ ਸ਼ਾਮ ਦੀਆਂ ਮੂਰਤੀਆਂ ਬਣਾਈਆਂ ਨਾ, ਉਹਨਾਂ 'ਚ ਤੇ ਰੱਬ ਨਹੀਂ ਲੱਭਾ ਨਾ, ਉਹ ਤੇ ਜਸਟ ਇੱਕ ਭੁਲੇਖਾ ਹੀ ਸੀਗਾ। ਜਿਹੜਾ ਉਹ ਖੁਦਾ ਆ, ਉਹ ਰੱਬ ਆ, ਉਹ ਭਗਵਾਨ ਆ, ਹੈ ਤੇ ਰੀਅਲ, ਪਰ ਹੱਕ ਸੱਚ ਖਲਕ ਮਿਆਨੇ, ਬਿਲਕੁਲ ਰਿਐਲਿਟੀ ਦੀ ਗੱਲ, ਹਕੀਕੀ ਗੱਲ, ਸੱਚ ਦੀ ਗੱਲ ਇਹ ਹੈ। ਖਲਕ ਮਿਆਨੇ, ਮਿਆਨ ਜਿਵੇਂ ਕਿਰਪਾਨ ਨੂੰ ਪਾਉਣ ਵਾਸਤੇ ਜਿਹੜਾ ਕਵਰ ਹੁੰਦਾ ਉਹਦਾ ਐਕਚੁਅਲ ਲੈਵਲ 'ਤੇ, ਉਹ ਮਿਆਨ ਹੈ। ਅਤੇ ਰੱਬ ਨੂੰ ਸ਼ਕਤੀ ਵੀ ਕਿਹਾ ਗਿਆ ਹੈ। ਸ਼੍ਰੀ ਸਾਹਿਬ ਇਟ ਸੈਲਫ ਇਜ਼ ਸਿੰਬਲ ਆਫ ਸ਼ਕਤੀ, ਪਾਵਰ, ਸਮਰੱਥਾ। ਅਤੇ ਜਿਹੜੀ ਉਹ ਸ਼ਕਤੀ ਹੈ, ਜਿਹੜੀ ਉਹ ਪਾਵਰ ਹੈ, ਜਿਹੜੀ ਉਹ ਤਾਕਤ ਹੈ, ਜਿਹੜੀ ਉਹ ਭਗਉਤੀ ਹੈ, ਉਹ ਖਲਕਤ ਦੇ ਮਿਆਨ ਵਿੱਚ ਪਈ ਹੈ। ਹੱਕ ਸੱਚ ਖਾਲਿਕ ਖਲਕ ਮਿਆਨੇ, ਉਹ ਖਲਕਤ ਦੇ ਮਿਆਨ 'ਚ ਪਿਆ ਖਾਲਕ। ਜਿਸ ਨੇ ਖਾਲਿਕ ਨੂੰ ਫੜਨਾ, ਸਿੱਧਾ ਤੇ ਫੜ ਨਹੀਂ ਸਕਦੇ ਨਾ। ਸ਼ਮਸ਼ੀਰ ਜੇ ਤੁਸੀਂ ਸਿੱਧੀ ਫੜਨੀ ਹੋਏ ਤਾਂ ਹੱਥ ਕੱਟ ਦੇਗੀ, ਜਿਵੇਂ ਫੜੋਗੇ ਤੇਜ਼ ਧਾਰ ਹੈ ਉਹ। ਰੱਬ ਨੂੰ ਕੌਣ ਫੜੇਗਾ? ਰੱਬ ਨੂੰ ਕਿਹਨੇ ਵੇਖਿਆ? ਜੇ ਵੇਖਣਾ ਹੈ ਤੇ ਖਲਕਤ ਨੂੰ ਵੇਖ, ਖਲਕਤ 'ਚ ਖੁਦਾ ਨੂੰ ਵੇਖ। ਸੋ ਇਹ ਹੈ, ਕਹਿਣ ਲੱਗੇ ਜਦੋਂ ਮੈਂ ਉਹ ਖਾਲਕ ਨੂੰ ਵੇਖਣ ਵਾਸਤੇ ਤੁਰਿਆ, ਖਾਲਿਕ ਨੂੰ ਲੱਭਿਆ ਤੇ ਪਤਾ ਲੱਗਾ ਖਲਕਤ ਦੇ ਚੌਥੇ। ਸੋ ਖਲਕਤ ਦੀ ਸੇਵਾ, ਮਨੁੱਖਤਾ ਦੀ ਸੇਵਾ, ਇਨਸਾਨੀਅਤ ਦੀ ਸੇਵਾ, ਇਨਸਾਨੀ ਕਦਰਾਂ ਕੀਮਤਾਂ ਨੂੰ, ਉਹਨਾਂ ਵੈਲਿਊਜ਼ ਨੂੰ, ਉਸ ਨੂੰ ਕਿਸੇ ਲੈਵਲ 'ਤੇ ਵੈਲਿਊ ਕਰਨਾ, ਉਸ ਨੂੰ ਕਿਸੇ ਲੈਵਲ 'ਤੇ ਐਕਸੈਪਟ ਕਰਨਾ, ਅਡਾਪਟ ਕਰਨਾ, ਐਕਸਰਸਾਈਜ਼ ਕਰਨਾ, ਦੈਟ ਇਜ਼ ਰਿਲੀਜਨ। ਸੋ ਇਹ ਬਹੁਤ ਸਿੰਪਲ ਲਾਈਨ ਹੈ ਗੁਰਬਾਣੀ ਦੀ। ਇੱਥੇ ਭਗਤ ਜੀ ਬਿਆਨ ਕਰਦੇ, ਕਹਿੰਦੇ ਮੈਨੂੰ ਤਾਂ ਪਤਾ ਲੱਗ ਗਿਆ, ਆਪਣੇ ਆਪ ਨੂੰ ਲੱਭਦਿਆਂ ਲੱਭਦਿਆਂ ਖੁਦਾ ਲੱਭਾ। ਅਤੇ ਜਦੋਂ ਲੱਭਾ ਤਾਂ ਪਤਾ ਇਹ ਲੱਗਾ ਕਿ ਖਾਲਿਕ ਖਲਕ ਮਿਆਨੇ, ਸ਼ਾਮ ਮੂਰਤ ਨਾ ਹੈ, ਉਹ ਸਾਹਿਬ ਹੈ। ਅਤੇ ਭਗਤ ਜੀ ਬਿਆਨ ਕਰਦੇ, ਭਗਤ ਫਰੀਦ ਜੀ, ਉਹ ਕਹਿੰਦੇ ਤੈਂ ਸਾਹਿਬ ਕੀ ਮੈਂ ਸਾਰ ਨਾ ਜਾਣੀ, ਮੈਨੂੰ ਤੇਰਾ ਅਹਿਸਾਸ ਹੀ ਨਹੀਂਗਾ, ਮੈਨੂੰ ਪਤਾ ਹੀ ਨਹੀਂ ਮੇਰਾ ਰੱਬ ਤੇ ਮੇਰੇ ਨਾਲ ਹੈ, ਮੇਰੇ ਆਲੇ ਦੁਆਲੇ ਹੈ, ਚਾਰ ਚੁਫੇਰੇ ਵਸ ਰਿਹਾ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ,
ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਿਹਾ। ਉਹਦੀ ਤੇ ਅਕਲ ਕਲਾ ਆ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਹਰ ਜਾਤ ਹਰ ਜਿਨਸ ਹਰ ਰੂਪ ਤੇਰਾ ਹੀ ਤੇ ਹੈ। ਸੋ ਆਹ ਰੂਪ ਆ, ਇਹ ਹੈ ਹਾਇਰ ਲੈਵਲ ਦੀ ਅੰਡਰਸਟੈਂਡਿੰਗ ਅਬਾਊਟ ਸਪਿਰਿਚੁਅਲਿਟੀ। ਅਤੇ ਇਹਦੀ ਫਿਰ ਐਕਸਰਸਾਈਜ਼ ਦੇਖੋ, ਜਦੋਂ ਜਿਵੇਂ ਬੰਦੇ ਨੂੰ ਗਿਆਨ ਆਏ, ਸਮਝ ਆਏ, ਇਨਫੋਰਮੇਸ਼ਨ ਜਿਹੜੀ ਹੈ ਉਹ ਸਾਡੇ ਅੰਦਰ ਪ੍ਰੋਪਰ ਵੇ ਦੇ ਨਾਲ ਚਲੀ ਜਾਏ, ਤਾਂ ਐਸਾ ਹੋ ਨਹੀਂ ਸਕਦਾ ਬੰਦੇ ਨੂੰ ਜਿਉਣ ਦਾ ਮੈਥਡ ਨਾ ਆਵੇ, ਧਰਤੀ 'ਤੇ ਰਹਿਣ ਦੀ ਮੈਥਡੋਲੋਜੀ ਜਿਹੜੀ ਹੈ ਉਹ ਅਡਾਪਟ ਨਾ ਕਰੇ। ਇਹਦੇ ਵਿੱਚੋਂ ਹੀ ਬੰਦੇ ਦੀ ਵੇ ਆਫ ਲਾਈਫ ਨਿਕਲਦੀ ਹੈ। ਬਿਕੋਜ਼ we don't know how to live in this world. We don't know what sort of way of life can bring happiness inside me or in my world. That's why I'm struggling. That's why everyone is struggling. And here Baba Ji is saying, ਹੁਣ ਤਾਂ ਸਮਝ ਆ ਰਹੀ, ਜਾਤ ਮੈਂ ਜੋਤ, ਉਹਦੀ ਸਮਝ ਆ ਗਈ ਉਸ ਰੂਪ ਦੇ ਵਿੱਚ। ਸੋ ਉਹਦੀ ਕਿਆ ਜਦੋਂ ਇਸ ਤਰੀਕੇ ਦੇ ਜੀਵਨ ਜੀਣ ਦੀ ਸਮਝ ਨਹੀਂ ਸੀ, ਤੈਂ ਸਾਹਿਬ ਕੀ ਮੈਂ ਸਾਰ ਨਾ ਜਾਣੀ, ਜੋਬਨ ਖੋਏ। ਜ਼ਿੰਦਗੀ ਲੱਗਦਾ ਹੀ ਕਿ ਬੜੀ ਲੰਮੀ ਚੌੜੀ ਹੈ, ਬੜੀ ਵੱਡੀ ਹੈ, ਕੁਛ ਵੀ ਨਹੀਂ। ਜਿਵੇਂ ਤੁਸੀਂ ਰਾਤ ਨੂੰ ਸੌਂਦੇ ਹੋ ਅਤੇ ਸਵੇਰੇ ਉੱਠਦੇ ਹੋ, ਪਤਾ ਲੱਗਦਾ ਰਾਤ ਚਲੀ ਵੀ ਗਈ। ਯੈਸ, ਲਾਈਫ ਇਜ਼ ਲਾਈਕ ਦੈਟ। ਇਟ ਜਸਟ ਅੱਖ ਦੀ ਚਮਕਣ ਜਿਹੀ ਗੱਲ ਹੀ ਹੈ ਸਾਰੀ। ਅਤੇ ਪਤਾ ਮੋਸਟਲੀ ਉਦੋਂ ਲੱਗਦਾ ਜਦੋਂ ਜੋਬਨ ਖੋਏ, ਜਦੋਂ ਜੀਵਨ ਜਿਹੜਾ ਐਨਰਜੀ ਵਾਲਾ ਲੈਵਲ ਹੈ ਸਾਰਾ ਉਹ ਚਲਾ ਜਾਂਦਾ ਹੈ, ਬੰਦੇ ਕੋਲ ਐਨਰਜੀ ਨਹੀਂ ਰਹਿ ਜਾਂਦੀ। ਬੰਦੇ ਨੂੰ ਉਦੋਂ ਹੀ ਪਤਾ ਲੱਗਦਾ ਵੀ ਉਹ ਹੁਣ ਨਾ ਗੋਡੇ ਨਹੀਂ ਕੰਮ ਕਰਦੇ, ਹੁਣ ਸਰੀਰ ਨਹੀਂ ਕੰਮ ਕਰਦਾ, ਹੁਣ ਟਾਇਰਡ ਹੋ ਜਾਂਦਾ, ਹੁਣ ਖਾਧਾ ਪੀਤਾ ਹਜਮ ਨਹੀਂ ਹੁੰਦਾ, ਹੁਣ ਅੱਖਾਂ ਨਹੀਂ ਕੰਮ ਕਰਦੀਆਂ। ਐਟ ਦੈਟ ਟਾਈਮ ਉਦੋਂ ਤੁਸੀਂ ਚਾਹੋ ਵੀ ਕਿ ਆਈ ਰੀਅਲੀ ਵਾਂਟ ਟੂ ਮੇਕ ਸਮ ਚੇਂਜਸ ਇਨ ਮਾਈ ਲਾਈਫ ਸੋ ਦੈਟ ਆਈ ਕੈਨ ਅਟੇਨ ਸਮਥਿੰਗ ਔਨ ਹਾਇਰ ਲੈਵਲ। ਉਦੋਂ ਤਾਂ ਵੈਸੇ ਹੀ ਬੰਦੇ ਕੋਲ ਸਮਾਂ ਨਹੀਂ ਬਚਦਾ। ਇਹ ਤਾਂ ਬਚਨ ਆਇਆ, ਭਗਤ ਜੀ ਨੇ ਬਿਆਨ ਕੀਤਾ, ਜੋਬਨ ਹੋਏ ਪਾਛੈ ਪਛਤਾਨੀ, ਫਿਰ ਪਛਤਾਵਾ ਆਇਆ। ਜਿਹੜੀ ਮਿਸਾਲ ਦਿੱਤੀ ਜਾ ਰਹੀ ਸੀ ਕੱਲ੍ਹ, ਉਹ ਸੀਗਾ ਕਿ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹੋਂ ਬਿਰਹਿ ਜਾਲੀ। ਬਿਰਹਾ ਦੀ ਗੱਲ ਹੋ ਰਹੀ ਸੀ। ਮੈਂ ਬੇਨਤੀ ਕੀਤੀ ਸੀ, ਭਗਤ ਫਰੀਦ ਜੀ ਨੇ ਬਿਆਨ ਕੀਤਾ, ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ। ਇਹ ਸੁਲਤਾਨ ਅਵਸਥਾ ਹੈ। ਸੁਲਤਾਨ ਰਾਜਿਆਂ ਨੂੰ ਕਿਹਾ ਜਾਂਦਾ, ਬਾਦਸ਼ਾਹ ਨੂੰ ਕਿਹਾ ਜਾਂਦਾ, ਵੱਡਿਆਂ ਨੂੰ ਕਿਹਾ ਜਾਂਦਾ, ਵਡੇਰਿਆਂ ਨੂੰ ਕਿਹਾ ਜਾਂਦਾ। ਐਕਚੁਅਲ ਲੈਵਲ 'ਤੇ ਬੰਦਾ ਇਸੇ ਚੀਜ਼ 'ਚ ਮਰ ਚੱਲਾ ਹੈ, ਮੈਂ ਵੱਡਾ, ਮੇਰੇ ਕੋਲ ਵੱਡਪਨ ਹੈ, ਮੈਂ ਰਾਜਾ ਆ, ਮੈਂ ਦੂਜਿਆਂ ਤੋਂ ਉੱਚਾ ਆ। ਮਹਾਰਾਜ ਦੀ ਬਾਣੀ ਕਹਿੰਦੀ ਏ, ਰਾਜਾ ਬਣਨਾ ਹੀ ਤੇ ਇਸ ਲੈਵਲ ਦਾ ਕਿਉਂ ਨਹੀਂ ਬਣਦਾ, ਜਿੱਥੇ ਵਾਕਿਆ 'ਚ ਹੀ ਤੇਰੇ ਅੰਦਰ ਬਹੁਤ ਸੁਪੀਰੀਅਰ ਤੇ ਸੁਪਰੀਮ ਲੈਵਲ ਦਾ ਥਾਟ ਪ੍ਰੋਸੈਸ ਹੋਏ। ਬੰਦਾ ਰਾਜਾ ਵੀ ਬਣ ਜੇ ਤੇ ਸੋਚ ਇਹੋ ਜਿਹੀ ਰੱਖੇ ਕਿ ਬਸ ਜੇ ਮੈਂ ਕੁਛ ਗੱਦੀ 'ਤੇ ਬੈਠਾ ਹਾਂ ਤੇ ਮੇਰੇ ਹੁੰਦਿਆਂ ਕਿਸੇ ਦੀ ਮਰਜ਼ੀ ਨਾ ਚੱਲੇ। ਕਿੱਡੀ ਛੋਟੀ ਸੋਚ ਹੈ। ਅੱਜ ਪੋਲੀਟੀਕਲ ਸਿਨੈਰੀਓ ਹੀ ਤੁਸੀਂ ਦੇਖੋਗੇ, ਐਕਚੁਅਲੀ ਇਹੀ ਤੁਹਾਨੂੰ ਨਜ਼ਰ ਪਏਗਾ, ਖਾਸ ਕਰਕੇ ਸਾਊਥ ਏਸ਼ੀਅਨ ਖਿੱਤੇ 'ਚ, ਭਾਰਤ ਦੀ ਫਿਜ਼ਾ ਦੇ ਵਿੱਚ ਹਾਲਤ ਦੇਖ ਲਓ ਤੁਸੀਂ। ਮਤਲਬ ਇਹ ਰਾਜਾ ਤਾਂ ਜਿਹੜਾ ਮਨ ਦਾ ਰਾਜਾ ਆ, ਬਿਲਕੁਲ, ਜਿਹਦੇ ਅੰਦਰ ਸਵਾਏ ਭਲੇ ਤੋਂ, ਸਵਾਏ ਚੰਗਿਆਈ ਤੋਂ, ਅੱਛਾਈ ਤੋਂ ਕੁਝ ਵੀ ਨਾ ਹੋਏ, ਪਰ ਜਿਹੜਾ ਬੰਦਾ ਕੁਣਸੀ ਹੋਏ, ਤੁਸਬੀ ਹੋਏ, ਬੇਤਹਾਸ਼ਾ ਸੋਚ ਦਾ ਲੈਵਲ ਇਹ ਹੋਏ ਕਿ ਬਸ ਜਿਹੜਾ ਆ ਮੇਰੇ ਮੁਤਾਬਕ ਹੀ ਸਭ ਕੁਝ ਚੱਲੇਗਾ, ਤੇ ਉਹ ਛੋਟੀ ਸੋਚ 'ਚ ਮੈਂ ਉਸ ਸੂਈ ਦੇ ਨੱਕੇ 'ਚੋਂ ਕੱਢਣਾ ਸਾਰਿਆਂ ਨੂੰ। ਇਹ ਕਾਹਦੀ ਬਾਤ ਆ। ਸੁਲਤਾਨ ਅਵਸਥਾ ਤੇ ਹੋਇਆ ਜਦੋਂ ਬੰਦਾ ਅੰਦਰ ਦੀ ਦੁਨੀਆ ਨੂੰ ਸਮਝਦਾ ਆ, ਤੇ ਅੰਦਰ ਦੀ ਦੁਨੀਆ ਦੇ ਵਿੱਚ ਇਹ ਪਤਾ ਲੱਗੇ, ਓ ਹੋ ਮੈਂ ਤੇ ਵੱਡੇ ਅਸੂਲਾਂ ਤੋਂ ਦੂਰ ਜਾ ਰਿਹਾ, ਮੈਂ ਤੇ ਰੱਬੀ ਜਿਹੜੀ ਕਦਰਾਂ ਕੀਮਤਾਂ ਵਾਲੀ ਗੱਲ ਆ, ਜਿਹੜੇ ਸ਼ੁਭ ਗੁਣਾਂ ਦੀ ਬਾਤ ਆ, ਉਹਦੀ ਤੇ ਮੈਨੂੰ ਪਹਿਚਾਣ ਹੀ ਨਹੀਂ ਹੈ। ਫਿਰ ਇਹਦੇ 'ਚ ਬੰਦੇ 'ਚ ਰੁਦਨ ਆਉਂਦਾ ਹੈ। ਬੰਦਾ ਸੋਚਦਾ ਆ ਹੋਣਾ ਮੈਨੂੰ ਆਹ ਚਾਹੀਦਾ ਹੈ, ਬਣ ਮੈਂ ਆ ਗਿਆ। That is kind of sorrow. That is kind of painful thing. So I really want to improve myself. How can I do that? For that, when person doesn't have any sort of, you can say, patience or very hecticness inside to improve himself or herself, that is called birha. ਉਦੋਂ ਬਿਰਹਾ ਹੁੰਦੀ ਹੈ। ਬੰਦਾ ਕਹਿੰਦਾ ਨਹੀਂ ਨਹੀਂ ਨਹੀਂ, ਜੇ ਅਸਲ ਰੂਪ ਆਇਆ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਤੇ ਮੈਂ ਕਿਉਂ ਨਹੀਂ ਬਣ ਪਾ ਰਿਹਾ? ਫਿਰ ਬਿਰਹਾ ਆਉਂਦੀ ਹੈ, ਫਿਰ ਅੰਦਰ ਵੇਦਨ ਆਉਂਦੀ ਹੈ,
तो भगत फरीद जी कहिंदे ने जे ये भी लैवल आ अजे जो तू बनना चाहुंदा बनया नहीं गा। सब बयान करते ना कि हिमालक मैं ते गुणा तो सखना मनुख है। अगे वचन आएगा, जिक्र आएगा शब्द विच भी, पर गुणा तो सखने होने के बावजूद भी गुण ग्रहण करने की चाहत तो है ना, इच्छा तो है ना। इंज कह लो गुण ना है रब का, रब नूं मिलण की इच्छा तो है ना। रब्बा तेरा नाम तेरी होंद जिहदी सुरत च आके बह जाती है, वो अंदरों भर जाता है, वो सच बोलता है, वो प्यार करता है, वो सारियां वास्ते भला करता है। उहदे जीवन का मकसद अपने आपे का त्याग हो जाता है, दूजियां लई आसानियां पैदा करना हो जाता है, धरती ते मुस्कुराहटां सहेटदा, मुस्कुराहटां वंडदा है। ये रब है, ये रब्बी गुण ने। मैं तो चाहुंदा इन्हां गुणां नूं मानना, पर जे गुण मेरे कोल नहीं आ रहे, मैं इन्हां तो टुटिया वां ते बिरहा दी अवस्था आ। मैनूं पता लग गया पर मैं गेन नहीं कर पा रहा। इस अवस्था दे विच चले जाना भी एक प्राप्ति है। एटलीस्ट someone is getting awareness that yes, I have lost something, I'm losing day by day something, I really want to improve, I really want to attain something, I really want to actually revive something, I really want to actually regain something. You know क्या गई बहौड़, whatever I have lost I really want to get it back. सो ये है बिरहा। मेरे को मिलाप सी विछोड़ा हो गया, मैंने चाहूँ ना मैं वापस आ जाए। बचन आया क्या जिवें काली कोयल कूकदी है, कादे तो कूकदी है, अपने प्रीतम के हों बिरह जाली, बिरह बिहूण कतै सुख ना पाए। जिहड़ियां अपने पिर तो टुटियां हुई रूहां ने, उन्होंने सुख नहीं प्राप्त होंदा, उन्हें चैन नहीं आउंदा। बिरह बिहूण कतै सुख पाए, जां होए कृपाल तां प्रभु मिलाए। तो फिर तरस भी उहदा ही है, वो तरस दे घर विच आए तो हो सकदा उहदा मिलाप मिल जाए इस रूप विच। मजाजी रंग थोड़ा जिहा दिता है इहदे पर गल हकीकी हो रही है सारी। अगला बचन लिखिया है, विधन खूही मुंद अकेली, ना को साथी ना को बेली। आप कैनेडा दे विच जिहड़ी जंगल बर्निंग हो रही है, बारे लगातार सुन रहे होगे CBC के उत्ते और न्यूज़ आउटलैट्स के उत्ते। दैट इज़ वेरी स्केरी थिंग, नो डाउट। हुण किते जंगल की अग लगी होए तो उहदे इत्थे क्या विधन खूही, गुरु साहब की बाणी च शब्द पढ़ते हैं, बार विडानड़े हुम्मस थुम्मस कूकां पईयां राही। बार विडानड़े बड़ी दूर बार जंगल विच बंदा घिर जाए तो जंगल लग जे अग, अग लगे हुए जंगल विच दो चीज़ां होंदियां ने, एक तो सेक बहुत ज़्यादा, दूसरा हुम्मस धुएं दी, साह नहीं रहा, सेक बल रहा, अखां खुल नहीं रही, दिस कुछ रहा नहीं, सिर्फ एको चीज़ हो रही, रौला पै रहा। मनुखी दुनिया दे विच तुसी किसी फ्रंट ते लै लो, एज ए ह्यूमन बीइंग, रिलेशनशिप डीलिंग च लै लो, डे टू डे चॉइस मेकिंग च लै लो, लिविंग ईटिंग डूइंग समथिंग, फॉर एवरी आस्पैक्ट ऑफ लाइफ, पूरे दे पूरे लाइफ के कंपोनेंट्स जिहड़े ने इन्हां सारियां च देखो, करदे भले वास्ते हैं, चंगे वास्ते हैं, एफर्ट पा रहे हैं, सिट्टा उवें नहीं आ रहा जिवें आना चाहिए, रिजल्ट उवें नहीं आ रहे जिवें असीं चाहते हैं। फिर इस तरह आया दिसदा भी कुछ नहीं भी किधर की जाइए, इन्नी सोची भी नहीं आती। ये हालत बिल्कुल इस तरह की है कि अग लगी है चार चपेरे, विचकार खड़े हाँ, साह भी नहीं आ रहा, अखां भी नहीं खुलदियां, बाहर भी जाना आ, सेक भी पै रहा है, सिर्फ कूकां चीका मार रहे हैं। उहदा जिक्र इहो जी अवस्था है, बंदा खूह च ट्रैप च फस गया, उस ट्रैप चों किवें निकले? तो ट्रैप कुछ होर नहीं गा, साडी कुछ रॉन्ग हैबिचुअलिटी है, हैबिट्स ने, आदतां ने, आदताना पक्ष है, जिहड़ियां सुभावक वीकनेसिस जिन्हां नूं असीं कहने आ। सुभाव बन गया लेजी हाँ, सुभाव बन गया ओवर ईटिंग करदा आ, सुभाव बन गया झूठ बोलदा आ, सुभाव बन गया लड़दा आ, सुभाव बन गया हर वक्त नैगिंग करदा, सुभाव बन गया हर वक्त नैगेटिव सोचदा, सुभाव बन गया प्रोडक्टिव काम करन लग्गियां डिस्ट्रैक्शन हो जाती है, सुभाव बन गया बहुत ज़्यादा कंसनट्रेट नहीं कर पाता, सुभाव बन गया ओवर थिंकिंग करदा। दैट इज़ ऑल ट्रैप। ये है, सॉरी टू से, बिल्कुल यूनीवर्सल है, सारे वास्ते ही है, किहड़ा नहीं है। कहते विच आप सोच के देखो,
जद इनू मैटाफोर के तौर पर लेने आ फिर सोचते हैं विधन खूही, किसी खूही की गल हो रही है बाहर। एक्चुअली तो मैटाफोर आ, साडी गल नूं प्रजेंट करने वास्ते भगत साहिबान ने वर्ड्स पा दिते, किसी चीज़ नूं पोर्ट्रेट पिक्चराइज कर दिता। वी आर एबल टू सी आवर सैल्स हाउ दिस विधन खूही इज हैपनिंग टू अस। आ रूप आ। मैं तो डेली बेसिस के उत्ते काउंसलिंग करदा हाँ तो लर्न करदा हर रोज़, आई शुड से लाइक दैट। एंड दैन पीपल always mention one thing: I want to stop my overthinking. It's not a machine, it's not some sort of electric actually shoe or button you can do it on and off. No, तो उम्रां लग जांदियां बंदे नूं अपने थॉट प्रोसैस नूं प्योर ते उहदी क्लेंजिंग करने वास्ते, शुद्ध करने वास्ते, ठीक करने वास्ते। कैनेडियन स्कॉलर ने बुक लिखी सी पावर ऑफ नाउ, ਹੁਣ ਵਿੱਚ ਰਹਿਣ ਦੀ ਸਮਰੱਥਾ। ਪਰ ਹੁਣ 'ਚ ਕਿੱਥੇ ਰਿਹਾ ਜਾਂਦਾ ਹੈ। ਭਾਈ ਵੀਰ ਸਿੰਘ ਬਿਆਨ ਕਰਦੇ ਨਾ, ਗੁਜ਼ਰ ਗਏ ਦੀ ਯਾਦ ਪਈ ਹੱਡਾਂ ਨੂੰ ਖਾਵੇ, ਆਉਣ ਵਾਲੇ ਦਾ ਸੱਲ ਪਿਆ ਦਿਲ ਨੂੰ ਤੜਪਾਵੇ। ਗੁਜ਼ਰੇ ਦੀਆਂ ਯਾਦਾਂ, ਆਉਣ ਵਾਲੇ ਦਾ ਸੱਲ, ਅਜੀਬ ਹਾਲਤ ਹੈ। ਜਾਂ ਪਿਛੋਕੜ ਜੋ ਹੋਇਆ ਉਹਦੇ 'ਚ ਤੁਰਿਆ ਫਿਰਦਾ, ਜਾਂ ਆਉਣ ਵਾਲੇ ਸਮੇਂ 'ਚ ਕੀ ਹੋਣਾ ਹੈ। ਯੂ ਨੋ ਵੀ always listen these two words most of the time nowadays. One is an anxiety, second is a depression. People always mention these two words. And let me give you a very simple explanation of these two words. When person is not able to come out of his or her past events, past memories, that's depression. But we called it psychological glitch. ਉਹਦੇ 'ਚ ਬੰਦਾ ਉਸ ਗਾਰ 'ਚ ਫਸ ਗਿਆ, ਵਿਧਨ ਖੂਹੀ ਹੈ। ਇਹ ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਅਸੀਂ ਬਚਨ ਪੜ੍ਹ ਰਹੇ ਸੀਗੇ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਉੱਥੇ ਕਿਹਾ ਉਹ ਮਨਾ ਤੂੰ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਗੁਣ ਬੜੇ ਨੇ ਮਨ ਦੇ ਵਿੱਚ, ਮਨ ਸ਼ਕਤੀ ਹੈ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਜ ਤੱਤ ਕੋ ਜੀਓ। ਬੰਦਾ ਕਹੇ ਮੇਰੇ ਕੋਲ ਕੰਸਨਟ੍ਰੇਸ਼ਨ ਨਹੀਂ ਹੁੰਦੀ, ਬੰਦੇ ਤੂੰ ਤੇ ਕਮਾਲ ਹੈ, ਤੂੰ ਤੇ ਐਡੀ ਕੰਸਨਟ੍ਰੇਸ਼ਨ ਹੈ ਤੇਰੇ ਵਿੱਚ, ਤੂੰ ਤੇ ਜੋ ਚਾਹੇ ਫੜ ਕੇ ਧਰਤੀ ਤੇ ਲਾ ਕੇ ਰੱਖ ਦੇ। ਪਰ ਕਾਰਨ ਕੀ ਬਣਿਆ? ਕਾਰਨ ਇਹ ਬਣਿਆ ਕਿ ਤੇਰੀ ਉਹ ਜਿਹੜੀ ਚੀਜ਼ ਹੈ, ਜਿਹੜੀ ਐਕਚੁਅਲ ਲੈਵਲ ਤੇ ਤੇਰੇ ਅੰਦਰੋਂ ਲੋਸਟ ਹੋ ਰਹੀ ਹੈ ਚੀਜ਼, ਤੂੰ ਉਹਦੇ ਵੱਲ ਧਿਆਨ ਨਹੀਂ ਦੇ ਪਾ ਰਿਹਾ। ਜਿਹੜਾ ਤੇਰੀ ਸਾਰੇ ਦੀ ਸਾਰੀ ਜਿਹੜੀ ਕੰਸਨਟ੍ਰੇਸ਼ਨ ਆ, ਜਿਹੜੀ ਤੇਰੀ ਸੋਚ ਦਾ ਲੈਵਲ ਆ, ਪ੍ਰੈਜ਼ੈਂਟ 'ਚ ਰਹਿਣਾ ਚਾਹੀਦਾ, ਉਹ ਪਾਸਟ 'ਚ ਤੁਰਿਆ ਫਿਰਦਾ, ਡਿਪਰੈਸਿਵ ਹੋਏਗਾ ਹੀ। ਚੰਗੀਆਂ ਗੱਲਾਂ ਤੇ ਬੰਦਾ ਕਿਤੇ ਕਿਤੇ 2-4-10 ਯਾਦ ਰਹਿੰਦੀਆਂ ਨੇ, ਪਛਤਾਵੇ, ਚੋਰੇ, ਗਿਲਟ ਫੀਲ ਕਰਨਾ, ਦੁੱਖ, ਕੋਈ ਚੀਜ਼ ਇਸ ਤਰੀਕੇ ਨਾਲ ਬਸ ਡਿਪਰੈਸਿਵ, ਉਹੀ ਚੀਜ਼ ਵਾਰ-ਵਾਰ ਰੈਪੀਟੀਸ਼ਨ 'ਚ ਆ ਰਹੀ ਹੈ। ਜਿਹਦੇ 'ਚੋਂ ਥੋੜ੍ਹਾ ਬਾਹਰ ਨਿਕਲਦਾ ਫਿਰ ਪਿਛਲੇ ਐਕਸਪੀਰੀਅੰਸ, ਐਕਸਪੈਕਟੇਸ਼ਨਸ ਮੀਟ ਨਹੀਂ ਕਰਦੇ, ਭਵਿੱਖ ਵਿੱਚ ਕੁਝ ਦਿਸਦਾ, ਐਨਗਜ਼ਾਇਟੀ ਸ਼ੁਰੂ ਹੋ ਜਾਂਦੀ ਹੈ। ਵੁੱਡ ਆਈ ਬੀ ਏਬਲ ਟੂ finish it properly? Would I be able to achieve something? Would I be able to actually do as I'm planning? If I'm not able to see clearly in that side, then anxiety is happening. Anxious feel karega banda, bas ਹੋਰ ਟਰੈਪ ਕਿਹੜਾ ਹੈ? ਵਿਧਨ ਇਹੀ ਹੈ, ਵਿਧਨ ਖੂਹੀ। ਤੇ ਇੱਥੇ ਫਿਰ ਐਵੇਂ ਵੀ ਲੱਗਦਾ ਬੰਦੇ ਨੂੰ, ਮੁੰਦ ਇਕੇਲੀ, ਇਹ ਜੀਵਾਤਮਾ ਕੱਲੀ ਹੋਈ ਹੈ, ਕੋਈ ਸੰਗੀ ਸਾਥੀ ਨਹੀਂ ਇੱਥੇ, ਕੋਈ ਬਾਂਹ ਫੜਨ ਵਾਲਾ ਨਹੀਂ। ਜਿਹੜੀ ਆਈਸੋਲੇਸ਼ਨ ਹੈ ਨਾ, ਇਕੱਲਤਾ ਆ, ਇਹ ਬਹੁਤ ਤੰਗ ਕਰਦੀ ਬੰਦੇ ਨੂੰ। ਇਹ ਬੰਦਾ ਜਿਵੇਂ ਜਿਵੇਂ ਬੰਦਾ ਆਈਸੋਲੇਟ ਹੋਏਗਾ, ਜਿਵੇਂ ਜਿਵੇਂ ਇਕੱਲਤਾ ਵਾਲੇ ਪਾਸੇ ਜਾਏਗਾ, ਪਤਾ ਲੱਗੇਗਾ ਕਿ ਉਹ ਹੋ ਮੈਨੂੰ ਤੇ ਸਭ ਤੋਂ ਵੱਡੀ ਗੱਲ ਸਾਡੇ ਸਮਾਜਾਂ 'ਚ ਅੱਜ ਦੀ ਤਾਰੀਖ 'ਚ, ਨੋ ਵਨ ਇਜ਼ ਏਬਲ ਟੂ ਅੰਡਰਸਟੈਂਡ ਮੀ। ਵਾਟ? ਇੱਥੋਂ ਗੱਲ ਸ਼ੁਰੂ ਹੁੰਦੀ ਹੈ। ਮੈਂ ਕਈ ਵਾਰੀ ਪੁੱਛਦਾ, ਓਕੇ, ਨੋ ਵਨ ਇਜ਼ ਏਬਲ ਟੂ ਅੰਡਰਸਟੈਂਡ ਯੂ ਅਕੋਰਡਿੰਗ ਟੂ ਯੂਅਰ ਓਪੀਨੀਅਨ, ਯੂਅਰ ਸਟੇਟਮੈਂਟ, ਹਾਊ ਅਬਾਊਟ ਯੂਅਰ ਸੈਲਫ? Are you able to understand your real self? And sometimes people don't have any idea what I'm saying. They might say, he kaisa counselor hai, pagal hai aap, ਇਹਨੂੰ ਖੁਦ ਨੂੰ ਨਹੀਂ ਪਤਾ ਹੈਗਾ what he's saying. ਭਾਈ ਬਹੁਤ ਸਿੰਪਲ ਚੀਜ਼ ਆ, ਆਪਣੇ ਆਪ ਨੂੰ ਆਪ ਤੂੰ ਆਪ ਤੇ ਆਪਣੇ ਆਪ ਦੇ ਨਾਲ ਖੜਾ ਹੈ ਨਾ,
ਆਪਣੇ ਥਾਟਸ ਦੇ ਨਾਲ, ਆਪਣੀਆਂ ਰਾਵਾਂ, ਆਪਣੀਆਂ ਵਿਚਾਰਾਂ, ਆਪਣੇ ਖਿਆਲਾਂ ਦੇ ਨਾਲ। ਜੇ ਤੈਨੂੰ ਆਪਣੇ ਥਾਟਸ ਕਲੀਅਰ ਹੈਗੇ ਨੇ ਭਾਈ, ਸਪੋਰਟ ਵੀ ਮਿਲ ਸਕਦੀ ਹੈ। ਪਰ ਜੇ ਆਪ ਹੀ ਤੂੰ ਕਲੀਅਰ ਨਹੀਂ, ਆਪ ਹੀ ਤੈਨੂੰ ਪਤਾ ਨਹੀਂ, ਫਿਰ ਕਿੱਥੇ ਜਾਏਗਾ? ਇੱਥੇ ਕਿਆ ਵਿਦਨ ਖੂਹੀ ਮੁੰਦ ਇਕੇਲੀ, ਨਾ ਕੋ ਸਾਥੀ ਨਾ ਕੋ ਬੇਲੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ। ਹੁਣ ਗੱਲ ਹੋ ਰਹੀ ਹੈ ਸਾਧ ਸੰਗਤ ਦੀ, which we can translate as a, actually you can say ਸਾਧ ਸੰਗ word in congregation, but I should say ਇਸ ਨੂੰ ਤੁਸੀਂ ਕਹੋ ਕਿ ਉਹਨਾਂ ਦੀ ਸੰਗਤ, ਉਹਨਾਂ ਦੀ ਸੋਹਬਤ ਜਿਹਨੂੰ ਅਸੀਂ ਸ਼ੈਡੋਇੰਗ ਕਹਿੰਦੇ ਅੰਗਰੇਜ਼ੀ ਦੇ ਵਿੱਚ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਕੁਝ ਸੁਧਾਰ ਕੀਤਾ, ਸਾਧਕ ਹੋਏ ਨੇ ਜਿਹੜੇ ਲੋਕ। ਚੰਗੇਰਿਆਂ ਦਾ ਕਾਲ ਨਹੀਂ ਹੋਇਆ ਧਰਤੀ ਤੇ ਕਦੇ ਵੀ। ਅੱਛਿਆਈ, ਚੰਗਿਆਈ, ਸ਼ੁਭਤਾ, ਵਡਿਆਈ ਇਹ ਕਰਤਾਰ ਦੀ ਬਖਸ਼ਿਸ਼ ਹੈ। ਤੇ ਬਾਣੀ ਕਹਿੰਦੀ ਹੈ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਇਹ ਦਾਤ ਬਖਸ਼ਦਾ ਆ, ਭਾਵੇਂ ਉਹ ਜ਼ਬਾਨੀ ਕਲਾਮੀ ਸਿਫਤ ਸਲਾਹ ਦੀ ਜਾਚ ਸਿੱਖ ਲਏ। ਜਿਹਨੂੰ ਸ਼ਬਦ ਪੜ੍ਹੀਏ ਕਿ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ। ਇਸ ਤੋਂ ਬਾਅਦ ਗੱਲ ਪਤਾ ਕਿਹੜੀ ਸ਼ੁਰੂ ਨਹੀਂ? ਅਮੁੱਲ ਗੁਣ ਅਮੁੱਲ ਵਪਾਰ। ਧਰਤੀ ਤੇ ਬੜੇ ਬੜੇ ਤੁਸੀਂ ਬਿਜ਼ਨਸ ਹੁੰਦੇ ਦੇਖਦੇ ਹੋ, ਬੰਦਾ ਕਹਿੰਦਾ ਨੋ ਆਈ ਰੀਅਲੀ ਵਾਂਟ ਟੂ ਸਟੈਬਲਿਸ਼ ਅ ਬਿਜ਼ਨਸ ਲਾਈਕ ਐਮਾਜ਼ੋਨ, ਜਸਟ money making machine, nothing else. No, I really want to actually start some sort of Tesla type of business. I really want to start some sort of other type of business, ਕੋਈ ਹੋਰ ਮੈਕਡੋਨਲਡ ਵਾਲਾ ਕੁਛ ਤਰੀਕੇ ਦੇ ਨਾਲ। ਇੱਥੇ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਆ ਵੀ ਤੇ ਕਰਕੇ ਦੇਖੀਏ, ਆ ਵੀ ਤੇ ਵਪਾਰ ਕਰਨਾ ਹੀ ਹੈ। ਇਹ ਕਿਹੜਾ ਹੈ? ਅਮੁੱਲ ਗੁਣ ਅਮੁੱਲ ਵਪਾਰ, ਜਿਹਦਾ ਕੋਈ ਮੁੱਲ ਨਹੀਂਗਾ, ਬੇਸ਼ਕੀਮਤੀ, ਪ੍ਰੀਸ਼ੀਅਸ। ਇਹ ਇਸ ਚੀਜ਼ ਦੇ ਉੱਤੇ ਜੇ ਅਸੀਂ ਜਾਵਾਂਗੇ ਫਿਰ ਇਹੋ ਜਿਹੇ ਵਪਾਰੀ ਵੀ ਲੱਭਾਂਗੇ ਜਿਹੜੇ ਇਹਨਾਂ ਚੀਜ਼ਾਂ ਦੇ ਗਾਹਕ ਹੋਣ। ਫਿਰ ਬੇਨਤੀ ਕਰਾਂਗਾ, ਮਨ ਰਾਜਾ ਹੈ, ਮਨ ਦੀ ਗੱਲ ਕਰਤਾਰ ਸੁਣਦਾ ਹੈ, ਕੁਦਰਤ ਸੁਣਦੀ ਹੈ, ਕੁਦਰਤ ਦਾ ਨਿਯਮ ਸੁਣਦਾ ਆ। ਜੇ ਸਿਮਰਨ ਇਹ ਚੱਲਦਾ ਕਿ ਇਹੋ ਜਿਹੇ ਲੋਕ ਰਿਫਲੈਕਟ ਹੋਣ, ਇਹੋ ਜਿਹੇ ਲੋਕ ਮਿਲਣਾ, ਇਹੋ ਜਿਹੇ ਆਈਡੀਆ ਬਣੇ, ਜਿਹਨੂੰ ਲਾਅ ਆਫ ਅਟਰੈਕਸ਼ਨ ਕਹਿੰਦੇ ਨੇ ਅਮਰੀਕਾ ਦੇ ਵਿੱਚ, ਉਹੋ ਜਿਹੇ ਸਰਕਮਸਟੈਂਸਸ ਕ੍ਰੀਏਟ ਹੋਣੇ ਸ਼ੁਰੂ ਹੋ ਜਾਂਦੇ। ਜਿੱਥੇ ਸਾਧ ਸੰਗਤ ਦੀ ਖਾਹਿਸ਼ ਹੋਏ, ਕੋਈ ਇਹੋ ਜਿਹਾ ਸੰਗ, ਇਹੋ ਜਿਹਾ ਸਾਥ ਹੋਏ ਜਿੱਥੇ ਇਨਸਾਨੀ ਜੀਵਨ ਦੀਆਂ ਵੈਲਿਊਜ਼ ਦੀ ਵੀ ਕੁਝ ਗੱਲਬਾਤ ਹੋਏ, ਫਿਰ ਉਹੋ ਜਿਹਾ ਸਾਥ ਵੀ ਲੱਭਣਾ ਸ਼ੁਰੂ ਹੋ ਜਾਂਦਾ ਹੈ, ਉਹੋ ਜਿਹੀ ਸੰਗਤ ਵੀ ਬਣਦੀ ਹੈ। ਇੱਥੇ ਭਗਤ ਫਰੀਦ ਜੀ ਨੇ ਬਿਆਨ ਕੀਤਾ, ਕਰ ਕਿਰਪਾ, ਉਹਨੇ ਤਰਸ ਕੀਤਾ, ਪ੍ਰਭ ਸਾਧ ਸੰਗ ਮੇਲੀ, ਉਹਨੇ ਸਤ ਸੰਗ ਮਿਲਾ ਦਿੱਤਾ, ਉਹਨੇ ਇਹੋ ਜਿਹਿਆਂ ਦੀ ਸੋਬਤ ਸੰਗਤ ਪ੍ਰੋਵਾਈਡ ਕਰਾ ਦਿੱਤੀ। ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾਹ ਬੇਲੀ, ਮੈਂ ਤੇ ਐਵੇਂ ਡਰ ਰਿਹਾ ਸੀਗਾ, ਮੈਨੂੰ ਪਤਾ ਲੱਗਾ ਮੇਰਾ ਤੇ ਬੇਲੀ ਅੱਲਾ ਆ। ਜਿਵੇਂ ਸੂਫੀ ਲਿਖਦੇ ਨਾ ਆਪਣੀਆਂ ਰਚਨਾਵਾਂ ਦੇ ਵਿੱਚ, ਕਾਫੀ ਵਿੱਚ, ਉਹ ਕਹਿੰਦਾ ਜੱਗ ਭੈੜਾ ਫਕਰਾਂ ਨੂੰ ਕੱਲਾ ਦੱਸਦਾ, ਫਕਰਾਂ ਦੀ ਕੁੱਲੀ ਵਿੱਚ ਅੱਲਾ ਵਸਦਾ। ਉਹ ਸੋਚਦਾ ਇਕੱਲਾ ਹੀ ਹੈ, ਉਹ ਕਹਿੰਦਾ ਨਹੀਂ, ਐਕਚੁਅਲੀ ਉਹਦੀ ਕੁੱਲੀ ਚ ਅੱਲਾ ਆ। ਜਿਨ੍ਹਾਂ ਨੂੰ ਉਸ ਅਲਾਹੀ ਹਸਤੀ ਦਾ, ਜਿਹਨੂੰ ਸਾਹਿਬ ਨੇ ਬਿਆਨ ਕੀਤਾ, ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਂ ਕੀ ਕਮੀਆਂ, ਜਿਹਦਾ ਤੂੰ ਮਿੱਤ ਹੈ, ਪਰ ਉਹਨੂੰ ਕਮੀ ਕਾਹਦੀ ਰਹਿ ਗਈ? ਫਿਰ ਇਸ ਲੈਵਲ ਤੇ ਬੰਦਾ ਆ ਜਾਂਦਾ, ਫਿਰ ਲੱਗਦਾ ਆ। ਤੇ ਤੁਸੀਂ ਆਪਣੇ ਇਤਿਹਾਸ ਵਿੱਚ ਪੜ੍ਹ ਕੇ ਦੇਖੋ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਬਿਲਕੁਲ ਇਕੱਲੇ ਹੀ ਮਾਛੀਵਾੜੇ ਦੇ ਜੰਗਲ 'ਚ ਨੇ, ਤੇ ਉਹਨੂੰ ਕੋਈ ਆ ਕੇ ਹਾਲ ਪੁੱਛੇ, ਲਿਟਰਲੀ ਤੌਰ 'ਤੇ ਤੁਸੀਂ ਉਹ ਖਿਆਲ ਪੜ੍ਹੋ ਲਿਟਰੇਚਰ 'ਚ, ਜਦੋਂ ਭਾਈ ਦਇਆ ਸਿੰਘ ਆਉਂਦੇ ਤੇ ਡੈਫੀਨੇਟਲੀ ਉਹਨਾਂ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਦੇਖਿਆ, ਉਹਨਾਂ ਬੜੇ ਰੰਗ ਦੇਖੇ, ਮਹਾਰਾਜ ਦਾ ਉਹ ਸਮਾਂ ਵੀ ਦੇਖਿਆ ਜਦੋਂ ਮੱਥੇ ਤੇ ਸੋਭਦੀ ਕਲਗੀ ਸੀਗੀ, ਜਦੋਂ ਪੂਰੇ ਦਾ ਪੂਰਾ ਜਾਹੋ ਜਲਾਲ ਸੀਗਾ ਉਸ ਲੈਵਲ ਤੇ। ਨੀਲੇ ਦੇ ਸ਼ਾਹ ਸਵਾਰ ਸੀ ਗੁਰੂ ਸਾਹਿਬ ਮਹਾਰਾਜ, ਪ੍ਰਸਾਦੀ ਹਾਥੀ ਚੌਰ ਚਲਾਉਂਦਾ ਸੀਗਾ, ਵੱਡੇ ਵੱਡੇ ਰਾਜੇ, ਵੱਡੇ ਵੱਡੇ ਔਲੀਏ ਲੋਕ ਆ ਕੇ ਪੈਰਾਂ 'ਚ ਬੈਠਦੇ ਸੀ। ਭਾਈ ਨੰਦ ਲਾਲ ਸਰੀਖੀਆਂ ਰੂਹਾਂ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜ਼ੂਰ ਗੁਰੂ ਗੋਬਿੰਦ ਸਿੰਘ, ਜ਼ੁਮਲਾ ਫੈਜ਼ੋ ਨੂਰ ਗੁਰੂ ਗੋਬਿੰਦ ਸਿੰਘ, ਹੱਕ ਆਗਾ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਕਿਹੜਾ ਲਫ਼ਜ਼ ਨਹੀਂ ਛੋਟਾ ਰਿਹਾ ਇਹਦੇ 'ਚ ਕਹੋਗੇ ਤੁਸੀਂ? ਹਾਇਰ ਤੋਂ ਹਾਇਰ ਲੈਵਲ ਦੀ ਵੋਕੈਬਲਰੀ ਯੂਜ਼ ਕਰਕੇ ਕਿਹਾ ਗੁਰੂ ਗੋਬਿੰਦ ਸਿੰਘ ਸਾਹਿਬ, ਤੂੰ ਆ ਵੀ ਹੈ, ਤੂੰ ਆ ਵੀ ਹੈ, ਤੂੰ ਆ ਵੀ ਹੈ, ਤੂੰ ਆ ਵੀ ਹੈ। ਅੱਜ ਕੀ ਹੈ? ਅੱਜ ਚੋਲਾ ਵੀ ਲੀਰੋ ਲੀਰ ਹੈ। ਅੱਜ ਘੋੜਾ ਤੇ ਦੂਰ ਦੀ ਗੱਲ ਰਹੀ, ਜੋੜਾ ਵੀ ਨਹੀਂ ਹੈਗਾ, ਕੋਈ ਦਰਬਾਰ ਨਹੀਂ, ਕੋਈ ਉਹੋ ਜੀ ਸਾਰੇ ਦੀ ਸਾਰੀ ਆਭਾ ਸੋਭਾ ਸਭ ਨਹੀਂ ਹੈ। ਇਕੱਲੇ ਧਰਤੀ ਤੇ ਟਿੰਡ ਦਾ ਸਹਾਰਾ ਲੈ ਕੇ ਇਸ ਤਰੀਕੇ ਨਾਲ ਬਿਆਬਾਨ ਜੰਗਲ 'ਚ ਪਏ ਨੇ। ਤੇ ਭਾਈ ਦਇਆ ਸਿੰਘ ਆ ਕੇ ਪੁੱਛਦਾ
आप अंदाज़ा लाओ ना, किसी ने थोड़े समय बाद मिलिए, हाउ डू वी एक्चुअली कम्युनिकेट टू ईच अदर? डेफिनेटली इन रेगुलर बेसिस और इन ए ऑर्डिनरी बेसिस वी से हाउ आर यू, किवें हो, की हाल है। फिर तो हाल है मित्र प्यारे नू, हाल मुरीदां दा कहना। सियाली रातां दे सब तो वड्डी लोड़ बंदे नूं हुंदी बिस्तरे दी, ਜਦੋਂ ठंड आउंदी हड्डां नूं ਠਾਰਦੀ है, इन्नी ठंड। कोई शिकायत, कोई शिकवा, कोई झोरा ना, तुझ बिन रोग रजाइयां दा ओढ़न। रजाइयां नहीं याद हैगियां, बल्कि वो रोग होएगा जे तू विसरेगा। तो ये बिल्कुल ये एग्जैक्टली ਉਹੀ बचन बन रहे ने ਜਿਹੜੇ ਅਸੀਂ शब्द इस रूप में पढ़ते हैं कि मोती तमंदर उसरे रतनीता होए जड़ाओ कस्तूर कुंगू, अगर चंदन लीप आवे चाओ मत देख भूला विसरै। मता ये चीज हो जाए ਜਾਂ फिर देखा तो अल्लाह बेली, मेरा अल्लाह बेली है। मैनू अज भी लगता है सदा अंग संगे अपंगंग पे पूते, वही अंग संग है। उन्हें बांह फड़ी है, जो उन्हें बांह फड़ी है तो फिर डरना क्यों है, घबराना क्यों है। कोई बंदा सोच सकता है धरती ते सब तो वड्डी एम्पायर मुगलिया एम्पायर, अज दी एम्पायर तो कुछ भी नहीं। जे असीं डाटा देखते हो अराउंड 24% वर्ल्ड GDP मुगलिया एम्पायर ओन्ड दैट टाइम। एड्डी वड्डी इकॉनमी, एड्डा वड्डी सल्तनत, मुल्खिया सब कुछ। तो होया कि महाराज ने तीर दे नोक दे नाल काई दा बूटा पट्टिया तो क्या बस इट्स ओवर। तो वाकया जी ओवर हो गई। लैस दैन 6 years सरहिंद, हिंद दा सिर चकनाचूर, नेस्तो नाबूत, इट नाल इट खड़काती, बिल्कुल बिल्कुल मलिया मेट करके रखता। तख्तो ताउस दा जिहड़ा क्राउन सीगा दैट हैज बीन कंप्लीटली रिप्ड, डिस्ट्रॉयड, वो पूरी तरह उस रूप दे विच जिहड़ा लीरो लीर करके रख दिता। ये है, ये तां हो पाया क्योंकि अल्लाह बेली, मैं सच दे राह ते तुरिया, मैं इंसानियत दे राह ते तुरिया, मैं असूलों दे राह ते तुरिया। वक्ती तौर ते लगदा है बंदे नूं, ते चेते रखिया जे असूलों तो टुट के बाहर शायद कुछ ठीक लगे भी थोड़ा बहुत, अंदर तो फिर भी डिस्टर्बेंस ही रहेगी। क्यों ना अंदर बाहर में एक कर लिया जाए। स्टे इन प्रेजेंट, स्टे इन हियर एंड नाउ, स्टे इन सम सॉर्ट ऑफ इंटीग्रिटी, ट्राई टू अर्न इट। तो जे इंटीग्रिटी के लैवल ते बंदा आ जाए तो फ्रूट बड़ा स्वीट आ, ਉਹਦਾ फ्रूट कंप्लीट सैल्वेशन है। भगत जी की बात करते, वाट हमारी खरी उडेनी, ये राह बड़ा सौखा आ नहीं। भगत जी कहते नो नो, आई डोंट वांट टू गिव यू रॉन्ग इंप्रैशन, इट्स वेरी क्लीयर। वाट हमारी, ये साडा राह खरी उडीनी, उडीनी का मतलब है औखा, कठिन, हार्ड। फिर क्या, खन्नेओ तिखी बहुत पयेणी, खंडे की धार तो तिखी है, बहुत पयेणी। खन्नेओ लफज आया है, पंजाबी है प्योर उस लैवल ते, पोइटिक वे नाल आ रही है। इन्हूं जो असीं थोड़ा ट्रांसलेट करते हैं, खंडा बनता। खंडा लंबे समय तो एग्जिस्ट करता है धरती के उत्ते वक्रे वक्रे लिटरेचर के रूपों के विच, पर खंडे का एक्चुअल जिहड़ा यूज आ सही रूप दे विच वो खालसाई जाहो जलाल च हुंदा आ। एक ऐसी स्वॉर्ड जिहड़ी तिन्नां पासियां तो शार्पन है जी, मतलब इंज कह लो कि किसी पासे भी उहदे च बचा दे कोई उम्मीद नहीं हैगी। जिहदे मुकाबले सिंपल स्वॉर्ड की गल करते हो तुसीं, ते वो की हुंदी, एक साइड दी शार्पन एज है, दूजी साइड नहीं हैगी। इत्थे ते ऑल 3 साइड्स आर शार्पनड। जिहड़ा इहो जिहा जीवन आ, ये तो इस तरह आ कि सपोज करो साडी जिहड़ी मनुख दे मन की दशा आ ना, ये मूड बेस्ड आ। भगत कबीर जी बयान करते, कबहू जीड़ा ऊब चढ़त है, कबहू जाए प्याले।
ਬੰਦੇ ਨੇ 2-4 ਕਿਤਾਬਾਂ ਚੰਗੀਆਂ ਪੜ੍ਹ ਲਈਆਂ, ਕਿਸੇ ਦੀ 2-4 ਗੱਲਾਂ ਸੁਣ ਲਈਆਂ, ਅੱਜ ਦੇ ਮਾਹੌਲ 'ਚ ਕਹਿ ਲਓ ਕੋਈ ਸੋਸ਼ਲ ਮੀਡੀਆ 'ਤੇ ਕੋਈ ਇਹੋ ਜਿਹੀ ਕੋਈ ਕੈਪਸ਼ਨ ਪੜ੍ਹ ਲਈ, ਵਾਚ ਕਰ ਲਈ, ਤੇ ਬੰਦਾ ਹਾਇਰ ਲੈਵਲ 'ਤੇ ਸੋਚਣ ਲੱਗ ਗਿਆ, ਵਾਓ ਨੋ ਨੋ ਨੋ, ਮੈਨੂੰ ਓਨੈਸਟ ਹੋਣਾ ਚਾਹੀਦਾ ਹੈ, ਮੈਨੂੰ ਪਿਆਰ ਕਰਨਾ ਚਾਹੀਦਾ, ਗੁੱਸਾ ਨਹੀਂ ਕਰਨਾ ਚਾਹੀਦਾ, ਇਹੋ ਜਿਹੀਆਂ ਗੱਲਾਂ ਆਉਣ ਲੱਗ ਗਈਆਂ। ਠੀਕ ਹੈ, 1 ਘੰਟਾ 2 ਘੰਟੇ 4 ਘੰਟੇ ਜਾਂ 2 ਦਿਨ 4 ਦਿਨ ਰਿਹਾ ਇਸ ਇੰਪਰੈਸ਼ਨ ਦੇ ਵਿੱਚ, 4 ਦਿਨਾਂ ਬਾਅਦ ਭੁੱਲ ਗਿਆ, ਇੱਕਦਮ ਖਾਡੇ 'ਚ ਡਿੱਗਾ, ਘਰ ਦੇ ਵਿੱਚ ਹੀ ਲੜਾਈ ਕਰਕੇ, ਝਗੜਾ ਕਰਕੇ, ਗੁੱਸਾ ਕਰਕੇ, ਕੁਛ ਮੁੜ ਕੇ ਪਤਾ ਲੱਗਾ ਓਹੋ ਉਹ ਤੇ ਹਿਪੋਕ੍ਰੇਸੀ ਸੀ ਸਾਰੀ, ਹੋਰ ਥੱਲੇ ਡਿੱਗ ਗਿਆ। ਇਹ ਖੰਡੇ ਦੀ ਧਾਰ ਹੈ। ਇਹ ਹੈ ਕਿ ਬੰਦਾ ਤੁਰਿਆ ਤੇ ਚੰਗੇ ਵਾਸਤੇ ਸੀ, ਪਤਾ ਲੱਗਾ ਉਹ ਚੰਗਿਆਈ ਤੇ ਹੋ ਹੀ ਨਹੀਂ ਸਕਦੀ, ਮੈਂ ਤੇ ਚੰਗਾ ਬਣ ਹੀ ਨਹੀਂ ਸਕਦਾ। ਖੰਡੇ ਦੀ ਧਾਰ ਹੈ। ਰੂਮ ਕਿੰਨਾ ਕਿ ਇੱਥੇ ਸੁਧਾਰ ਦਾ? ਰੂਮ ਕੁਛ ਨਹੀਂ ਹੈਗਾ। ਕਿਆ ਖੰਨਿਓ ਤਿੱਖੀ ਬਹੁਤ ਪੀਣੀ, ਬੜੀ ਪਤਲੀ ਹੈ, ਬਹੁਤ ਹੀ ਜ਼ਿਆਦਾ, ਵਾਲ ਤੋਂ ਵੀ ਜਿਹੜੀ ਹੈ ਉਹ ਇਸ ਰੂਪ ਦੇ ਵਿੱਚ ਬਰੀਕ ਹੈ। ਇੱਥੇ ਜਾ ਕੇ ਫਿਰ ਗੁਰਮਤਿ ਸਕੂਲ ਸਮਝ ਆ ਜਾਂਦਾ ਹੈ। ਡੇਲੀ ਬੇਸਿਸ ਤੇ ਨੇਮਬੱਧ ਬਾਣੀ ਪੜ੍ਹੋ, ਸੰਗਤ ਕਰੋ, ਅਰਦਾਸਾਂ ਕਰੋ, ਚੰਗੇਰਿਆਂ ਦੀ ਸੋਹਬਤ ਕਰੋ ਤੇ ਕਰਤਾਰ ਤੇ ਭਰੋਸਾ ਰੱਖੋ। ਉਮਰਾਂ ਗੁਜ਼ਰ ਜਾਂਦੀਆਂ, ਫਿਰ ਜਾ ਕੇ ਬੰਦੇ ਨੂੰ ਪਤਾ ਲੱਗਦਾ, ਹਾਂ ਐਟ ਲੀਸਟ ਦਾਤਾ ਤਰਸੀ ਹੋਇਆ ਤੇਰਾ, ਕੁਝ ਸ਼ੁਭ ਗੁਣ ਤੂੰ ਦਿੱਤੇ, ਕੁਝ ਐਕਸਰਸਾਈਜ਼ ਕੀਤੀ, ਇੱਕ ਹਿਸਟਰੀ ਬਣੀ ਹੈ। ਅੱਜ ਉਹਨੂੰ ਨਾਲ ਲੈ ਕੇ ਕੁਝ ਅੰਦਰ ਸੰਤੋਖ ਪ੍ਰਾਪਤ ਹੁੰਦਾ ਆ। ਆਹ ਹੈ ਧਾਰਮਿਕਤਾ। ਇੱਥੇ ਭਗਤ ਜੀ ਨੇ ਬਿਆਨ ਕੀਤਾ, ਖੰਨਿਓ ਤਿੱਖੀ ਬਹੁਤ ਪੀਣੀ, ਉਸ ਉੱਪਰ ਹੈ ਮਾਰਗ ਮੇਰਾ। ਕਹਿੰਦੇ ਹੈ ਮੇਰਾ ਰਾਹ, ਇਹਦਾ ਮਤਲਬ ਮੇਰਾ ਰਾਹ ਦਾ ਮਤਲਬ ਇਨਸਾਨੀ ਰਾਹ। ਆ ਹੈ ਐਕਚੁਅਲੀ ਭਗਤੀ ਦਾ ਰਾਹ। ਸ਼ੇਖ ਫਰੀਦਾ ਪੰਥ ਸੰਹਾਰ ਸਵੇਰਾ, ਉਹ ਫਰੀਦ। ਇੱਥੇ ਸਵੇਰੇ ਦਾ ਮਤਲਬ ਹੈ ਜਦੋਂ ਦਿਨ ਰੋਸ਼ਨੀ ਹੈ 4 ਚੁਫੇਰੇ, ਉਦੋਂ ਕੋਈ ਕੰਮ ਕਰ ਲੈ। ਸਪੋਜ਼ ਕਰੋ ਬੰਦਾ, ਮਾਫੀ ਚਾਹਾਂਗਾ, ਨੋ ਡਾਊਟ ਅੱਜ ਇਲੈਕਟ੍ਰੀਸਿਟੀ ਹੈ ਸਾਡੇ ਕੋਲ, ਸਾਰਾ ਕੁਝ ਦਿਨ ਹੀ ਚੜਿਆ ਰਹਿੰਦਾ ਹਰ ਵਕਤ, ਪਰ ਜਿਹੜਾ ਸਾਡੇ ਅੰਦਰ ਦੇ ਕੈਮੀਕਲਸ ਨੇ, ਉਹ ਭਾਵੇਂ ਨਿਊਰੋ ਕੈਮੀਕਲਸ ਨੇ, ਭਾਵੇਂ ਸਾਡੇ ਗਲੈਂਡ ਬੇਸਡ ਕੈਮੀਕਲਸ ਨੇ, ਜਾਂ ਬਾਡੀ ਦੀ ਪੂਰੀ ਕੈਮਿਸਟਰੀ ਹੈ, ਇਹ ਜੋ ਬ੍ਰਹਿਮੰਡੇ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੈ, ਇਹ ਪੂਰਾ ਦਾ ਪੂਰਾ ਚੀਜ਼ਾਂ ਅਟੈਚਡ ਇੱਕ ਦੂਜੇ ਦੇ ਨਾਲ। ਸਾਇੰਟੀਫਿਕ ਸਾਈਡ ਤੋਂ ਵੀ ਦੇਖੋ ਤੁਸੀਂ, ਜਿਹੜਾ ਹਨੇਰਾ ਆ ਇਹ ਸੌਣ ਵਾਸਤੇ ਬਣਿਆ ਹੈ, ਜਿਹੜੀ ਰੌਸ਼ਨੀ ਹੈ ਜਾਗਣ ਵਾਸਤੇ ਬਣੀ ਹੈ। ਅੱਜ ਅਸੀਂ ਵੈਸਟਰਨਾਈਜ਼ ਲਾਈਫ ਸਟਾਈਲ ਦੇ ਅਡਾਪਟ ਕਰਦਿਆਂ ਇਸ ਲੈਵਲ ਤੇ ਪਹੁੰਚ ਗਏ, ਬੰਦਾ ਰਾਤ ਸਾਰੀ ਜਾਗਦਾ, ਦਿਨੇ ਸੌਂਦਾ। ਮੋਸਟਲੀ ਤੁਸੀਂ ਬੱਚਿਆਂ ਦੇਖੋ, ਯੰਗਸਟਰ ਦਾ ਹਾਲ ਕੀ ਹੈ। ਐਂਡ ਬਿਲੀਵ ਮੀ, ਸਮਾਂ ਨਹੀਂ ਪੈਣਾ ਜਦੋਂ ਪਤਾ ਲੱਗੇਗਾ ਜਿਹੜਾ ਸਾਡੇ ਗਲੈਂਡ ਨੇ, ਉਹ ਭਾਵੇਂ ਥਾਇਰੋਇਡ ਹੈ, ਭਾਵੇਂ ਇਨਸੂਲਿਨ ਆ, ਭਾਵੇਂ ਕੋਈ ਵੀ ਚੀਜ਼ ਆ, ਦੇ ਆਰ ਗੈਟਿੰਗ ਇੰਬੈਲੈਂਸਡ। ਕੈਮੀਕਲਸ ਨੇ, ਦੇ ਆਰ ਗੈਟਿੰਗ ਇੰਬੈਲੈਂਸਡ। ਕੋਈ ਵੱਡਾ ਰੀਜ਼ਨ ਨਹੀਂ ਨਜ਼ਰ ਪੈ ਰਿਹਾ ਪਿੱਛੇ, ਰੀਜ਼ਨ ਲਾਈਫ ਸਟਾਈਲ ਆ, ਹੋਰ ਕੀ ਹੈ। ਜਿਹੜਾ ਕੰਮ ਦਿਨੇ ਕਰਨਾ ਦਿਨੇ ਕਰੋ, ਰਾਤ ਆਰਾਮ ਲਈ ਆ, ਸੌਣ ਲਈ ਆ। ਬਾਡੀ ਦਾ ਸਾਈਕਲ ਹੀ ਐਵੇਂ ਬਣਿਆ ਹੈਗਾ, ਬੰਦਾ ਧਿਆਨ ਨਾ ਦੇ ਉੱਤੇ। ਇੱਥੇ ਵੀ ਬਾਤ ਆਈ, ਜਦੋਂ ਜੋਬਨ ਦੀ ਦਹਲੀਜ ਹੈ, ਜਦੋਂ ਐਨਰਜੀ ਪੂਰੀ ਆ, ਸਵੇਰਾ ਆ, ਉਦੋਂ ਇਸ ਪਾਸੇ ਲਾ। ਜਦੋਂ ਰਾਤ ਪੈ ਰਹੀ ਹੈ, ਸ਼ਾਮ ਪੈ ਰਹੀ ਹੈ, ਵੈਸੇ ਹੀ ਸਾਰਾ ਕੁਝ ਵਾਈਂਡ ਅਪ ਹੋ ਰਿਹਾ, ਵੈਸੇ ਹੀ ਸਾਰਾ ਕੁਝ ਕਲੋਜ਼ ਡਾਊਨ ਹੋ ਰਿਹਾ। then that time you are thinking, yeah, this is the time I will do some business, I will do some sort of work. Baba ji ਕਹਿੰਦੇ no, you are cheating, it's not gonna happen at all. So be aware about it. ਜੋ ਤੱਕ ਦਿਨ ਆ, ਰੌਸ਼ਨੀ ਹੈ, ਕੁਝ ਕਰ ਪਾਏਗਾ। ਇੱਥੇ ਕਿਹਾ ਸ਼ੇਖ ਫਰੀਦਾ ਪੰਥ, ਤੁਸੀਂ ਖੰਨਿਓ, ਖੰਡੇ ਦੀ ਗੱਲ ਹੈ, ਪੰਥ ਦੀ ਗੱਲ ਹੈ। ਇਹ ਵੋਕੈਬਲਰੀ ਹੈ ਗੁਰਮਤ ਦੀ ਸਾਰੀ, ਇਹ ਬਿਲਕੁਲ ਭਗਤੀ ਦੇ ਸਕੂਲ 'ਚ ਡਿਵੈਲਪ ਹੋ ਰਹੀ ਹੈ। ਗੁਰੂ ਮਹਾਰਾਜ ਨੂੰ ਹਾਇਰ ਲੈਵਲ ਤੇ ਲਿਆ ਕੇ ਉਹਦੀ ਪ੍ਰੈਜੈਂਟੇਸ਼ਨ ਕਰਦੇ ਨੇ ਸਾਰੇ ਦੀ ਸਾਰੇ। ਇਹ ਸਿੱਖੀ ਹੈ। ਇਹ ਪੰਜਾਬ ਦੀ ਫਿਜ਼ਾਂ 'ਚ ਰਹਿਣ ਵਾਲਾ, ਭਾਵੇਂ ਮੁਸਲਮਾਨ ਹੈ, ਭਾਵੇਂ ਕੋਈ ਹੋਰ ਸਨਾਤਨੀ ਧਾਰਾ 'ਚੋਂ ਆ ਰਿਹਾ, ਜੇ ਉਹ ਇਸ ਚੀਜ਼ ਨੂੰ ਨਹੀਂ ਸਮਝੇਗਾ, ਉਸ ਧਰਤੀ ਦਾ ਜਾਇਆ ਹੋਣ ਦੇ ਬਾਵਜੂਦ ਵੀ ਉਹ ਧਰਤੀ ਦੇ ਨਾਲ ਵਫਾ ਨਹੀਂ ਕਰ ਪਾਏਗਾ। ਇਸੇ ਲਈ ਸਾਡਾ ਪ੍ਰੋਫੈਸਰ ਲਿਖਦਾ, ਪ੍ਰੋਫੈਸਰ ਪੂਰਨ ਸਿੰਘ, ਉਹ ਕਹਿੰਦਾ ਹੈ ਪੰਜਾਬ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਜੇ ਤੁਸੀਂ ਇਸ ਗੁਰ ਸਕੂਲ 'ਚ ਨਹੀਂ ਨਾ ਪੜ੍ਹੋਗੇ, ਤੁਸੀਂ ਪੰਜਾਬੀਅਤ ਨੂੰ ਨਹੀਂ ਮਾਣ ਪਾਓਗੇ। ਇਹਨੂੰ ਮੰਨਣ ਦਾ ਤਰੀਕਾ ਹੀ ਇਹ ਹੈਗਾ। ਖੈਰ, ਸਮਾਂ ਸਮਾਪਤ ਹੈ। ਇੰਨੀਆਂ ਕੁ ਬੇਨਤੀਆਂ ਨਾਲ ਮੈਂ ਖਿਮਾ ਚਾਹਾਂਗਾ। ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਦੀ ਅਰਦਾਸ ਦੇ ਨਾਲ ਹੀ ਸਮਾਪਨ ਕਰਦੇ ਹਾਂ। ਸਭ ਪ੍ਰੇਮ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।